ਦੋਸਤੋ ਅਮਰੀਕਾ ਆਉਣ ਵਾਲੇ ਨਵੇਂ ਇਮੀਗ੍ਰੈਂਟਸ ਨੂੰ ਦੋ ਗੱਲਾਂ ਤੇ ਅਮਲ ਕਰਨਾ ਹੈ। ਅਗਰ ਇਹ ਦੋ ਗੱਲਾਂ ਤੇ ਅਮਲ ਕਰ ਲੈਣਗੇ ਉਹਨਾਂ ਦੀ ਮੌਜੂਦਾ ਲਾਈਫ ਵੀ ਖੂਬਸੂਰਤ ਹੋ ਜਾਏਗੀ ਔਰ ਉਹਨਾਂ ਦਾ ਮੁਸਤਕਬਲ ਤਾਂ ਖੂਬਸੂਰਤ ਹੋਣਾ ਹੀ ਹੋਣਾ ਹੈ। ਉਹ ਦੋ ਗੱਲਾਂ ਚੋਂ ਪਹਿਲੀ ਗੱਲ ਇਹ ਵੇ ਕਿ ਜਦੋਂ ਤੁਹਾਨੂੰ ਕਿਸੇ ਨੇ ਸਪਾਂਸਰ ਕੀਤਾ ਹੈ, ਤੁਹਾਡੀ ਭੈਣ ਨੇ ਕੀਤਾ, ਭਰਾ ਨੇ ਕੀਤਾ, ਸਾਲੇ ਨੇ ਕੀਤਾ, ਤੁਸੀਂ ਜ਼ਾਹਿਰ ਉਹਦੇ ਘਰ ਹੀ ਆਣਾ, ਉਹਦੇ ਘਰ ਹੀ ਉਤਰਨਾ। ਪਹਿਲੇ ਪਲਾਨ ਕਰਕੇ ਆਓ ਕਿ ਉਸ ਕਾਰ 'ਚ ਤੁਸੀਂ ਆਪਣਾ ਸਟੇ, ਆਪਣਾ ਕਿਆਮ ਬਿਲਕੁਲ ਮੁਖਤਸਰ ਰੱਖਣਾ, ਬਿਲਕੁਲ ਥੋੜੇ ਦਿਨਾਂ 'ਚ ਥੋੜੇ ਦਿਨ ਉੱਥੇ ਰਹਿਣਾ। ਉਹਦੀਆਂ ਤਿੰਨ ਵਜੂਹਾਤ ਨੇ। ਪਹਿਲੀ ਵਜ੍ਹਾ ਹੈਗੀ ਹੈ ਜਨਾਬੇ ਆਲਾ ਜਗ੍ਹਾ ਦੀ ਤੰਗੀ। ਮੈਨੂੰ ਪਤਾ ਹੈ ਤੁਸੀਂ ਕਹੋ ਦਿਲ ਵੱਡੇ ਹੋਣੇ ਚਾਹੀਦੇ ਨੇ, ਬੋਬੀ ਭਾਈ ਕੀ ਗੱਲ ਕਰ ਰਹੇ, ਮੈਂ ਦਿਲ ਵੱਡੇ ਹੀ ਨੇ ਜਨਾਬ, ਤੇ ਸਾਰਾ ਕੰਮ ਹੋਇਆ ਨਾ, ਇਮੀਗ੍ਰੇਸ਼ਨ ਹੋਈ ਹੈ ਦਿਲ ਵੱਡੇ ਤੇ ਹੀ ਹੁੰਦਾ ਹੈ। ਅਸਲ ਗੱਲ ਹੈਗੀ ਹੈ ਕਿ ਇੱਥੇ ਘਰ ਵੱਡੇ ਨਹੀਂ ਹੁੰਦੇ, ਇੱਥੇ ਘਰ ਛੋਟੇ ਹੁੰਦੇ ਨੇ। 80% ਲੋਕਾਂ ਦੇ, 20% ਤਾਂ ਮੈਂਸ਼ਨ ਹੈਗੇ ਨੇ, ਉਹਨਾਂ ਨੂੰ ਤੁਸੀਂ ਛੱਡ ਦਿਓ, ਉਹਨਾਂ ਦੀ ਜ਼ਿੰਦਗੀ ਡਿਫਰੈਂਟ ਹੈ। ਇਹ 80% ਬੋਬੀ ਜਿਹੜੇ ਨੇ, ਉਹਨਾਂ 'ਚ 3 ਬੈਡਰੂਮ 4 ਬੈਡਰੂਮ ਦਾ ਘਰ ਹੁੰਦਾ ਹੈ ਔਰ ਬਹੁਤ ਸਾਰੇ ਲੋਕ ਆਲਰੇਡੀ ਉਹਦੇ 'ਚ ਟਾਊਨ ਹਾਊਸ 'ਚ ਰਹਿ ਰਹੇ ਹੁੰਦੇ ਨੇ, ਕਾਂਡੋ 'ਚ ਰਹਿ ਰਹੇ ਹੁੰਦੇ ਨੇ ਔਰ ਜਾਂ ਅਪਾਰਟਮੈਂਟ 'ਚ ਵੀ ਰਹਿ ਰਹੇ ਹੁੰਦੇ ਨੇ। ਸਾਰੇ ਘਰ 'ਚ ਨਹੀਂ ਰਹਿ ਰਹੇ ਹੁੰਦੇ। ਜਗ੍ਹਾ ਉਹਨਾਂ ਕੋਲ ਪੂਰੀ ਹੁੰਦੀ ਹੈ ਫੈਮਿਲੀ ਦੇ ਹਿਸਾਬ ਦੇ ਨਾਲ, ਕਿਉਂਕਿ ਮਹਿੰਗਾ ਹੁੰਦਾ, ਕਿਰਾਇਆ ਬਹੁਤ ਹੁੰਦੇ ਨੇ, ਮਸਲੇ ਮਸਾਇਲ ਬਹੁਤ ਹੁੰਦੇ ਨੇ। ਅਤੇ ਜਦੋਂ ਇੱਕ ਐਕਸਟਰਾ ਫੈਮਿਲੀ ਉੱਥੇ ਆ ਜਾਂਦੀ ਹੈ ਕੁਛ ਦਿਨ ਤੇ ਨੋ ਪ੍ਰੋਬਲਮ, ਉਹ ਆਪਣੇ ਬੱਚੇ ਨੂੰ ਵੀ ਕਹਿ ਦਿੰਦਾ ਯਾਰ ਤੇਰਾ ਕਜ਼ਨ ਆ ਰਹੇ ਨੇ, ਤੂੰ ਆਪਣਾ ਕਮਰਾ ਉਹਦੇ ਨਾਲ ਸ਼ੇਅਰ ਕਰ ਲਈ। ਬੜਾ ਮੁਸ਼ਕਿਲ ਹੈ, ਉਹਦਾ ਬੱਚਾ ਇੱਥੇ ਪੈਦਾ ਹੋਇਆ ਜਾਂ ਬਚਪਨ 'ਚ ਇੱਥੇ ਆਇਆ, ਜ਼ਾਹਿਰ ਹੈ 20-25 ਸਾਲ 'ਚ ਤੁਸੀਂ ਆਏ ਹੋ ਅਤੇ 20 ਸਾਲ ਤੇ ਲੱਗ ਹੀ ਗਏ ਨੇ ਤੁਹਾਨੂੰ ਆਉਂਦੇ, ਅਤੇ ਇਹਦਾ ਮਤਲਬ ਕੋਈ ਪੁਰਾਣਾ ਇੱਥੇ ਰਹਿਣ ਵਾਲਾ ਬੰਦਾ ਹੈ। ਅਤੇ ਮਸਲਾ ਬਣੇਗਾ ਨਾ ਉਹ ਬੱਚੇ ਨੂੰ ਸਮਝਾਉਣਾ, ਹਰ ਬੱਚੇ ਨੂੰ ਨਹੀਂ ਲੇਕਿਨ ਮੋਸਟਲੀ ਬੱਚਿਆਂ ਨੂੰ ਨਹੀਂ ਇਹ ਗੱਲ ਸਮਝ ਆਉਂਦੀ ਕਿ ਉਹਨਾਂ ਨੇ ਕਮਰਾ ਸ਼ੇਅਰ ਕਰਨਾ ਹੈ। ਅਮਰੀਕਨ ਸਿਸਟਮ ਹੈ ਨਾ। ਉਸ ਤੋਂ ਇਲਾਵਾ ਹੋਰ ਮਸਾਇਲ ਨੇ। ਇਸ ਵਾਸਤੇ ਤੁਸੀਂ ਇਹਦਾ ਪਹਿਲੇ ਸੋਚ ਕੇ ਆਉਣਾ ਕਿ ਜਗ੍ਹਾ ਦੀ ਤੰਗੀ ਨੂੰ ਕਿਸ ਤਰ੍ਹਾਂ ਦੂਰ ਕਰਨਾ ਹੈ। ਉਹਦਾ ਤਰੀਕਾਕਾਰ ਮੈਂ ਪਹਿਲੇ ਵੀ ਦੱਸਣਾ ਕਿ 20 ਸਾਲ ਤੁਹਾਨੂੰ ਲੱਗੇ ਨੇ, 18 ਤੋਂ 20 ਸਾਲ। ਇਹਦੇ 'ਚ ਤੁਸੀਂ ਪੈਸੇ ਆਪਣੇ ਇਕੱਠੇ ਕਰੋ ਜਾਂ ਜੋ ਵੀ ਤੁਹਾਡੀ ਪ੍ਰਾਪਰਟੀ ਉਹ ਵੇਚੋ, ਮਕਾਨ ਵੇਚੋ, ਪੈਸੇ ਨਾਲ ਲੈ ਕੇ ਆਓ ਔਰ ਆਪਣੇ ਭਾਈ ਨੂੰ ਜਾਂ ਬਹਿਨੋਈ ਭੈਣ ਨੂੰ ਪਹਿਲੇ ਕਹਿ ਦਿਓ ਕਿ ਬਈ ਅਸੀਂ ਆ ਰਹੇ ਹਾਂ, ਸਾਡੇ ਵਾਸਤੇ ਅਪਾਰਟਮੈਂਟ ਦੇਖ ਕੇ ਰੱਖ, ਅਸੀਂ ਆ ਕੇ ਉਹਨੂੰ ਕੋ ਸਾਈਨ ਕਰ ਸਾਡੇ ਨਾਲ, ਅਸੀਂ ਆਪਣੇ ਅਪਾਰਟਮੈਂਟ 'ਚ ਮੂਵ ਹੋਣਾ, ਅਸੀਂ ਕੁਛ ਦਿਨ ਤੁਹਾਡੇ ਘਰ ਰਹਾਂਗੇ, ਸਾਲ ਲਾਂਗੇ, ਸਿੱਧੇ ਪੱਧਰੇ ਹੋਵਾਂਗੇ, ਉਸ ਤੋਂ ਬਾਅਦ ਅਸੀਂ ਆਪਣੇ ਘਰ ਚਲੇ ਜਾਵਾਂਗੇ। ਇਹ ਤੁਸੀਂ ਪਹਿਲੇ ਕਰ, ਕਿਉਂਕਿ ਤੁਹਾਨੂੰ ਕਿਸੇ ਨੇ ਅਪਾਰਟਮੈਂਟ ਨਹੀਂ ਦੇਣਾ, ਉਹਨਾਂ ਨੇ ਕੋ ਸਾਈਨ ਨਹੀਂ ਬਣਨਾ ਤੇ ਤੁਹਾਨੂੰ ਅਪਾਰਟਮੈਂਟ ਮਿਲਣਾ ਹੈ। ਇਸ ਵਾਸਤੇ ਹੁਣ ਜਨਾਬੇ ਵਾਲਾ ਉਹਦੇ ਚਲੋ ਨਾਲ ਦੱਸ ਦੇਣਾ ਕਿ ਵੀ ਸਾਡੇ ਕੋਲ ਤਾਂ ਲਿਮਿਟਿਡ ਮਨੀ, ਅਸੀਂ ਰੁਪਈਆਂ ਨੂੰ ਕੀਤਾ ਹੈ ਆਪਣਾ ਡਾਲਰ 'ਚ ਕਨਵਰਟ, ਅਤੇ ਫਰਨੀਚਰ ਸਾਡਾ ਪੁਰਾਣਾ ਹੀ ਹੋਵੇ, ਕੋਈ ਮਸਲਾ ਨਹੀਂ, ਮੈਟਰਸ ਨਵੇਂ ਹੋਣ ਅਤੇ ਕੁਛ ਥੋੜ੍ਹੇ ਬਰਤਨ ਹੋਣ, ਕੁਛ ਬਰਤਨ ਨਾਲ ਵੀ ਲੈ ਕੇ ਆ ਜਾਓ, ਕਿਉਂਕਿ ਤੁਸੀਂ ਹੁਣ ਪੂਰੀ ਫੈਮਿਲੀ ਆ ਰਹੇ ਹੋ, ਤੁਹਾਡੇ ਕੋਲ 8 10 12 ਬੈਗ ਹੋਣੇ ਨੇ, 4 ਬੰਦੇ ਵੀ ਹੋਣ ਤੇ 8 ਬੈਗ ਤੇ ਬਣ ਗਏ, ਬਾਕੀ ਹੈਂਡ ਕੈਰੀ ਵੀ ਹੁੰਦੇ ਨੇ, ਅਤੇ ਕੁਛ ਬਰਤਨ ਨਾਲ ਲੈ ਕੇ ਆਓ ਤਾਂ ਕਿ ਤੁਹਾਨੂੰ ਉੱਥੇ ਬਰਤਨ ਖਰੀਦਣੇ ਨਾ ਪੈਣ। ਵੱਡੇ ਪਤੀਲੇ ਨਹੀਂ ਲਿਆਣੇ ਕਿਉਂਕਿ ਉਹਦੇ ਵਿੱਚ ਫਿਰ ਬਹੁਤ ਜ਼ਿਆਦਾ ਵਜ਼ਨ ਤੇ ਉਹਨਾਂ ਦਾ ਹੀ ਹੋ ਜਾਣਾ, ਉਹ ਤੁਸੀਂ ਲੈ ਕੇ ਆਓ। ਬਹੁਤ ਸਾਰਾ ਫਰਨੀਚਰ ਭੈਣਾਂ ਭਰਾਵਾਂ ਦੇ ਘਰਾਂ 'ਚ ਹੀ ਪਿਆ ਹੁੰਦਾ, ਕਿਉਂਕਿ ਜ਼ਾਹਿਰ ਇੱਥੇ ਸੱਟਣਾ ਮੁਸ਼ਕਿਲ ਹੁੰਦਾ ਹੈ। ਉਹ ਕਿਸੇ ਦੋਸਤ ਨੂੰ ਕਹਿਣਗੇ ਉੱਥੋਂ ਫਰਨੀਚਰ ਮਿਲ ਜਾਏਗਾ, ਲੇਕਿਨ ਸੈਕਿੰਡ ਹੈਂਡ ਫਰਨੀਚਰ ਨਾਲ ਇਹ ਕਰਕੇ $500 ਤੁਹਾਡੀ ਜੇਬ 'ਚ ਕਮ ਸੇ ਕਮ ਹੋਣਾ ਚਾਹੀਦਾ ਗਰੋਸਰੀ ਵਾਸਤੇ। ਇਹ ਤੁਹਾਡਾ ਸਟਾਰਟਅਪ ਦੱਸ ਰਿਹਾ, ਬਾਕੀ ਕੈਸ਼ ਤੇ $5,000 ਤੋਂ $10,000 ਤੁਹਾਡੀ ਜੇਬ 'ਚ ਹੋਣਾ ਚਾਹੀਦਾ। ਜੇ ਮੈਂ ਤੁਹਾਨੂੰ ਪਹਿਲੇ ਦੱਸਦਾ ਸਟਾਰਟਅਪ ਵਾਸਤੇ 5,000 ਤਾਂ ਬਹੁਤ ਥੋੜਾ ਹੈ, ਲੇਕਿਨ ਤਕਰੀਬਨ 5,000 ਵੀ ਤੁਹਾਡਾ ਗੁਜ਼ਾਰਾ ਹੋ ਸਕਦਾ, ਕਿਉਂਕਿ ਇਹ ਗ੍ਰੀਨ ਕਾਰਡ ਆਉਣ 'ਚ ਟਾਈਮ ਲੱਗਣਾ, ਜੌਬ ਵਿੱਚ ਸਾਰੇ ਮਾਮਲਾਤ ਹੋਣੇ ਨੇ ਨਾ, ਉਹ ਤੁਸੀਂ ਜਨਾਬੇ ਵਾਲਾ ਕਰਕੇ ਰੱਖਣਾ ਤਾਂ ਕਿ ਤੁਸੀਂ ਆਓ, ਥੋੜ੍ਹੇ ਦਿਨ ਰੁਕੋ, ਉਧਰ ਮੂਵ ਹੋ ਜਾਓ। ਦੂਸਰੀ ਵਜ੍ਹਾ, ਉਹ ਜਿਹੜੀ ਮੇਨ ਵਜ੍ਹਾ ਹੈ ਲੇਕਿਨ ਥੋੜ੍ਹੇ ਦਿਨਾਂ ਵਾਸਤੇ ਕੋਈ ਮਸਲਾ ਨਹੀਂ ਹੈਗਾ, ਉਹ ਹੈਗਾ ਖਰਚਾ। ਦੇਖੋ ਇੱਥੇ ਹਰ ਚੀਜ਼ ਮੀਟਰ 'ਤੇ ਵੇ, ਪਾਣੀ ਮੀਟਰ, ਗੈਸ ਮੀਟਰ, ਬਿਜਲੀ ਮੀਟਰ। ਜਦੋਂ ਬੰਦੇ ਵਧਣਗੇ ਮੀਟਰ ਜ਼ਿਆਦਾ ਚੱਲੇਗਾ, ਬਿੱਲ ਉਹਦਾ ਜ਼ਿਆਦਾ ਆਉਣਾ। ਹੁਣ ਹਰ ਬੰਦੇ ਦੇ ਹਾਲਾਤ ਤੇ ਨਹੀਂ ਹੁੰਦੇ, ਮੈਂ ਤੁਹਾਨੂੰ ਜਿਸ ਪਹਿਲੇ ਵੀ ਦੱਸਿਆ। ਹੁਣ ਥੋੜ੍ਹੇ ਦਿਨ ਤੇ ਕੰਮ ਚੱਲ ਜਾਏਗਾ। ਇਸ ਤਰ੍ਹਾਂ ਹੀ ਗਰੋਸਰੀ ਹੈ, ਖਾਣਾ ਪੀਣਾ ਵੀ ਵਧਣਾ, ਹਰ ਚੀਜ਼ ਉਹਦੀ ਡਬਲ ਹੋ ਜਾਣੀ ਹੈ। ਭਾਵੇਂ ਉਹ ਅਫੋਰਡ ਵੀ ਕਰ ਸਕਦਾ ਹੋਵੇ, ਲੇਕਿਨ ਆਪਣਾ ਇੱਕ ਸਿਸਟਮ ਹੁੰਦਾ ਨਾ, ਹਰ ਬੰਦੇ ਦਾ ਆਪਣਾ ਇੱਕ ਬਜਟ ਹੁੰਦਾ। ਕੁਛ ਦਿਨਾਂ ਵਾਸਤੇ ਤੇ ਉਹ ਬਿਹਤਰੀਨ ਚੱਲੇਗਾ, 10 ਦਿਨ 15 ਦਿਨ ਡੈਟਸ ਇਟ। ਉਸ ਤੋਂ ਬਾਅਦ ਥੋੜ੍ਹਾ ਜਿਹਾ ਗੜਬੜ ਹੋਣੀ ਸ਼ੁਰੂ ਹੋ ਜਾਂਦੀ ਹੈ। ਮੂੰਹ ਨਹੀਂ ਕਹੇਗਾ ਸੱਕਾ ਭਰਾ ਹੈ, ਸੱਕੀ ਭੈਣ ਹੈ, ਮੂੰਹ ਤੇ ਨਹੀਂ ਕੋਈ ਕਹਿੰਦਾ ਨਾ, ਲੇਕਿਨ ਜਿਹੜੇ ਆ ਰਹੇ ਨੇ ਇਹ ਵੀਡੀਓ ਉਹਨਾਂ ਵਾਸਤੇ ਨੇ। ਅਤੇ ਤੁਸੀਂ ਜਿਹੜਾ ਨਾ ਪਹਿਲੇ ਹੀ ਆਪਣਾ ਜ਼ਿਹਨ ਬਣਾ ਕੇ ਰੱਖਣਾ ਕਿ ਨਹੀਂ ਯਾਰ ਜ਼ਿਆਦਾ ਬੋਝ ਨਹੀਂ ਪੜਨਾ। ਹੁਣ ਹੋ ਸਕਦਾ ਕਿ ਉਹ ਵਿਚਾਰਾ ਮੇਰੇ ਵਰਗਾ ਕੋਈ ਆਪਣਾ ਗਰੀਬ ਬੋਬੀ ਹੋਵੇ, ਕੋਈ ਉਬਰ ਚਲਾਉਂਦਾ ਹੋਵੇ, ਕੋਈ ਟੈਕਸੀ ਚਲਾਉਂਦਾ ਹੋਵੇ, ਕੋਈ ਵੇਅਰ ਹਾਊਸ 'ਤੇ ਕੰਮ ਕਰਦਾ ਹੋਵੇ, ਕੋਈ ਇਸ ਤਰ੍ਹਾਂ ਦਾ ਹੋਵੇ ਮਸਲਨ ਕਿ ਜਿਹਦੀ ਪੂਰੀ ਲਿਮਿਟਡ ਇਨਕਮ ਹੋਵੇ, ਤਾਂ ਉਹਦੇ ਵਾਸਤੇ ਡਬਲ ਖਰਚਾ ਕਰਨਾ ਇਜ਼ ਵੈਰੀ ਹਾਰਡ। ਅਤੇ ਇਸ ਵਾਸਤੇ ਉਹਨੂੰ ਕਹਿਣਾ ਜਨਾਬ ਅੱਲਾ ਅਸੀਂ ਥੋੜ੍ਹੇ ਦਿਨ ਰਹਿਣਾ, ਫਿਰ ਚਲੇ ਜਾਣਾ। ਤੀਸਰੀ ਚੀਜ਼ ਜਿਹਦੀ ਵਜ੍ਹਾ ਨਾਲ ਸਭ ਤੋਂ ਜ਼ਿਆਦਾ ਮਸਲੇ ਬਣਦੇ ਨੇ, ਉਹ ਪ੍ਰਾਈਵੇਸੀ। ਦੇਖੋ ਉਹਦੇ ਬੱਚੇ ਨੇ, ਉਹਦੀ ਫੈਮਿਲੀ ਹੈ, ਫਿਰ ਇੱਕ ਤੁਹਾਡੀ ਫੈਮਿਲੀ ਆ ਗਈ, ਤੁਹਾਡੀ ਪ੍ਰਾਈਵੇਸੀ ਵੀ ਖਰਾਬ ਹੋ ਰਹੀ ਹੈ, ਉਹਦੀ ਪ੍ਰਾਈਵੇਸੀ ਵੀ ਖਰਾਬ ਹੋ ਰਹੀ। ਉਹਦੇ ਤੋਂ ਬਣਦਾ ਸਹੀ ਮਸਲਾ। ਹੁਣ ਉਹਦੀ ਇੱਕ ਤਰਤੀਬ ਹੈ, ਉਹਦੀ ਫੈਮਿਲੀ ਦੀ, ਉਹਨਾਂ ਨੇ ਆਪਣਾ ਕੁਛ ਬੱਚੇ ਨੇ ਆ ਕੇ ਗੇਮਾਂ ਖੇਲਣੀਆਂ ਨੇ, TV ਦੇਖਣਾ, ਵਾਕ 'ਤੇ ਜਾਣਾ ਹੈ, ਹੋਰ 100 ਮਸਲੇ ਮਸਾਇਲ ਹੁੰਦੇ ਨੇ ਘਰ ਦੇ। ਜਿਹੜੇ ਬੱਚੇ ਆਪਣੀ ਇੱਕ ਰੂਟੀਨ ਬਣੀ ਹੁੰਦੀ, ਇੱਕ ਪ੍ਰਾਈਵੇਸੀ ਹੁੰਦੀ ਯਾਰ, ਕੱਪੜਿਆਂ ਦੀ ਹੁੰਦੀ ਹੈ। ਬੰਦਾ ਘਰ ਆਉਂਦਾ ਹੋਰ ਤਰ੍ਹਾਂ ਦੇ ਕੱਪੜੇ ਪਾਉਂਦਾ ਹੈ, ਕਿਉਂਕਿ ਉਹਦੀ ਆਪਣੀ ਫੈਮਿਲੀ ਹੁੰਦੀ ਹੈ। ਉਸ ਹਿਸਾਬ ਦੇ ਨਾਲ ਜਦੋਂ ਕੋਈ ਬਾਹਰੋਂ ਮਹਿਮਾਨ ਆ ਜਾਂਦੇ ਨੇ, ਫਿਰ ਉਸ ਹਿਸਾਬ ਨਾਲ ਉਹਨੂੰ ਬੜਾ ਯਾਨੀ ਕਿ ਰਹਿਣਾ ਪੈਂਦਾ, ਬੱਚਿਆਂ ਨੂੰ ਵੀ ਰਹਿਣਾ ਪੈਂਦਾ। ਉਹ ਇੱਕ ਕੁਛ ਅਰਸੇ ਵਾਸਤੇ ਤਾਂ ਪ੍ਰਾਈਵੇਸੀ ਨੂੰ ਕੋਈ ਵੀ ਸੈਕਰੀਫਾਈਸ ਕਰ ਸਕਦਾ, ਉਹਦੀ ਕੁਰਬਾਨੀ ਦੇ ਸਕਦਾ, ਲੇਕਿਨ ਜ਼ਿਆਦਾ ਲੰਬੇ ਅਰਸੇ ਵਾਸਤੇ ਨਹੀਂ ਦੇ ਸਕਦਾ। ਇਹ ਮਸਲਾ ਬਣਦਾ। ਇਹ 3 ਚੀਜ਼ਾਂ ਦੇ ਉੱਤੇ ਤੁਸੀਂ ਅਗਰ ਗੌਰ ਕਰ ਲੋਗੇ
ਤੁਹਾਡੀ ਫੈਮਿਲੀ ਨਾਲ ਐਸਾ ਜੋੜ ਪਏਗਾ, ਤੁਸੀਂ ਕਹੋਗੇ ਕੀ ਬਾਤ ਹੈ ਯਾਰ। ਸਲੂਕ ਹੈ, ਔਰ ਅਸੀਂ ਦੇਖਨੇ ਬੇਤਾਸ਼ਾ ਦੋਸਤਾਂ ਦਾ ਸਲੂਕ ਹੈ। ਔਰ ਕਈ ਜਿਨ੍ਹਾਂ ਨੇ ਤੇ ਅਮਲ ਨਹੀਂ ਨਾ ਕੀਤਾ, ਉਹ ਫਿਰ ਜਨਾਬ ਵਾਲਾ ਸ਼ੁਰੂ 'ਚ ਥੋੜਾ ਉਹਨਾਂ ਨੇ ਫਾਇਦਾ ਲੈ ਲਿਆ, ਮਿਲ ਗਿਆ ਉਹਨਾਂ ਨੂੰ, ਲੇਕਿਨ ਬਾਅਦ 'ਚ ਫਿਰ ਬਹੁਤ ਬਦਮਜ਼ਗੀਆਂ ਪਈਆਂ, ਤਲਾਕਾਂ ਤੱਕ ਨੌਬਤ ਆਈਆਂ ਨੇ। ਮੇਰੇ ਕੋਲ ਜ਼ਾਹਰ ਹੈ ਲੋਕੀ ਦੱਸਦੇ ਨੇ ਤੇ ਆਂਦੇ ਮੈਂ ਕੋਈ ਆਪਣੇ ਸਟੋਰੀਆਂ ਤੇ ਨਹੀਂ ਬਣਾਉਂਦਾ। ਹੁਣ ਇਹਦੇ 'ਚ ਦੂਸਰੀ ਵਜ੍ਹਾ ਮੈਂ ਤੁਹਾਨੂੰ ਦੱਸਣੀ ਹੈ। ਦੂਸਰੀ ਵਜ੍ਹਾ ਇਹ ਵੇ ਕਿ ਜਿਸ ਭੈਣ ਭਰਾ ਨੇ ਸਾਲੀ ਜਿਹਨੇ ਵੀ ਤੁਹਾਨੂੰ ਸਪਾਂਸਰ ਕੀਤਾ ਹੈ, ਸਾਰੀ ਜ਼ਿੰਦਗੀ ਜਿਹੜਾ ਨਾ ਉਹਦੇ ਨਾਲ ਪਿਆਰ ਮੁਹੱਬਤ ਨਾਲ ਰਹਿਣਾ, ਉਹਨੇ ਬੜਾ ਵੱਡਾ ਤੁਹਾਡਾ ਕੰਮ ਕੀਤਾ। ਦੇਖੋ ਕੀਤਾ ਅੱਲਾ ਨੇ, ਸ਼ੁਕਰਗੁਜ਼ਾਰ ਤੇ ਤੁਸੀਂ ਸਾਰੀ ਜ਼ਿੰਦਗੀ ਅੱਲਾ ਦਾ ਰਹਿਣਾ, ਤੁਹਾਡੀ ਜ਼ਿੰਦਗੀ ਚੇਂਜ ਹੋਈ ਨਾ। ਹਕੀਕਤ ਨਾ, ਹਕੀਕਤ ਨੂੰ ਤਾਂ ਮੰਨਣਾ ਨਾ, ਜ਼ਿੰਦਗੀ ਚੇਂਜ ਹੋਈ ਹੈ। ਅੱਲਾ ਦਾ ਤੁਸੀਂ ਸ਼ੁਕਰਗੁਜ਼ਾਰ ਰਹਿਣਾ। ਔਰ ਅੱਲਾ ਨੇ ਉਸ ਬੰਦੇ ਨੂੰ ਜ਼ਰੀਆ ਬਣਾਇਆ, ਉਹਨੂੰ ਇੱਜ਼ਤ ਦਿੱਤੀ, ਉਹਦੀ ਇੱਜ਼ਤ ਬਣੀ ਕਿ ਬਈ ਇਹਨੇ ਆਪਣੀ ਫੈਮਿਲੀ ਨੂੰ ਬੁਲਾਈ। ਹੁਣ ਜਦੋਂ ਅੱਲਾ ਨੂੰ ਇੱਜ਼ਤ ਦੇ ਰਿਹਾ ਤਾਂ ਫਿਰ ਤੁਸੀਂ ਵੀ ਉਹਨੂੰ ਇੱਜ਼ਤ ਦੇਣੀ ਹੈ। ਔਰ ਸਾਰੀ ਜ਼ਿੰਦਗੀ ਦੇ ਲਈ ਉਹਦੇ ਨਾਲ ਮੁਕਾਬਲਾ ਨਹੀਂ ਕਰਨਾ, ਉਹਦੀ ਥੋੜੀ ਬਹੁਤੀ ਬਰਦਾਸ਼ਤ ਵੀ ਕਰ ਲੈਣੀ, ਭਾਵੇਂ ਛੋਟਾ ਭਰਾ ਹੈਗਾ, ਉਹਨੇ ਛੋਟੇ ਭਰਾ ਨੇ ਬੁਲਾਇਆ, ਛੋਟੀ ਭੈਣ ਨੇ ਬੁਲਾਇਆ, ਬਰਦਾਸ਼ਤ ਕਰ ਲੈਣੀ, ਪਿਆਰ ਮੁਹੱਬਤ ਨਾਲ ਰਹਿਣਾ। ਸਪੈਸ਼ਲੀ ਉਹਨਾਂ ਦੇ ਸਪਾਊਸ ਜਿਹੜੇ ਨੇ, ਅਗਰ ਭੈਣ ਨੇ ਬੁਲਾਇਆ ਤੇ ਬਹਿਨੋਈ ਨਾਲ, ਭਰਾ ਨੇ ਬੁਲਾਇਆ ਤਾਂ ਉਹਦੀ ਬੀਵੀ ਨਾਲ, ਕਿਉਂਕਿ ਮਸਲਾ ਇੱਥੋਂ ਸ਼ੁਰੂ ਹੁੰਦਾ ਨਾ ਗੜਬੜ। ਤਾਂ ਇਸ ਵਾਸਤੇ ਤੁਸੀਂ ਉਹਨਾਂ ਨਾਲ ਵੀ ਪਿਆਰ ਮੁਹੱਬਤ ਨਾਲ, ਉਹਦੇ ਬੱਚਿਆਂ ਨਾਲ ਪਿਆਰ ਮੁਹੱਬਤ ਨਾਲ ਰਹਿਣਾ। ਉਹਦੀ ਵਜ੍ਹਾ ਸੁਣ ਲਓ। ਇੱਕ ਤੇ ਉਹਨਾਂ ਨੇ ਇੰਨਾ ਵੱਡਾ ਕੰਮ ਕੀਤਾ, ਦੂਸਰਾ ਉਹਨਾਂ ਨੇ ਹੀ ਤੁਹਾਡੇ ਮਦਦਗਾਰ ਨੇ, ਉਹਨਾਂ ਨੇ ਤੁਹਾਡੀ ਉਂਗਲੀ ਫੜ ਕੇ ਤੁਹਾਨੂੰ ਚਲਾਉਣਾ ਹੈ। ਬਾਹਰ ਦੇ ਬੰਦੇ ਕਿਸੇ ਨੇ ਤੁਹਾਡੀ ਮਦਦ ਨਹੀਂ ਕਰਨੀ। ਇਹ ਤੁਹਾਨੂੰ ਇੱਥੇ ਆ ਕੇ ਪਤਾ ਲੱਗੇਗਾ, ਤੁਸੀਂ 15 ਬੰਦਿਆਂ ਦੇ ਫੋਨ ਨੰਬਰ ਲੈ ਕੇ ਆਣੇ ਨੇ। ਸਾਡਾ ਫਲਾਣਾ ਪਿੰਡ ਦਾ ਉੱਥੇ ਵਿੱਚ ਸਾਡੇ ਮੁਹੱਲੇ ਦਾ ਮੁੰਡਾ ਉੱਥੇ 15 ਨੰਬਰ ਲੈ ਕੇ ਆਇਆ ਸੀ। ਮੈਂ ਆਪਣੀ ਗੱਲ ਕਰ ਰਿਹਾ, ਕਿਸੇ ਨੇ ਲਿਫਟ ਨਹੀਂ ਸੀ ਕਰਾਈ। ਚਸਕਾ ਲੈਣ ਵਾਸਤੇ ਪੂਰੀ ਗੱਲ ਸੁਣਨਾ, ਕਿਸ ਤਰ੍ਹਾਂ ਆਇਆ, ਕਿੱਥੋਂ ਆਇਆ, ਕੀ ਕੀਤਾ ਜੀ, ਕਾਗਜ਼ ਕਿਸ ਤਰ੍ਹਾਂ ਬਣੇ, ਇਹ ਹੋਇਆ, ਉਹ ਹੋਇਆ, ਚਸਕਾ ਲੈ ਕੇ ਅੱਛਾ ਦੇਖਦੇ ਆ ਯਾਰ ਹਾਲਾਤ ਬੜੇ ਖਰਾਬ, ਅਮਰੀਕਾ ਦੇ ਹਾਲਾਤ ਬੜੇ ਖਰਾਬ ਨੇ, ਉਹ ਗੱਲਾਂ ਹੀ ਨਹੀਂ ਰਹੀਆਂ। ਇਹ ਸੁਣਨ ਨੂੰ ਤੁਹਾਨੂੰ ਮਿਲੇਗਾ। ਮੈਂ ਤੁਹਾਨੂੰ ਦੱਸਦਾ, ਅਸਲ ਕਿੰਨੇ ਤੁਹਾਨੂੰ ਗੱਡੀ 'ਚ ਬਾਣਾ, ਕੰਮ ਤੇ ਲੈ ਕੇ ਜਾਣਾ, ਸਾਰਾ ਕੁਝ ਕਰਨਾ, ਉਹ ਤੁਹਾਡੇ ਆਪਣੇ ਨੇ, ਭੈਣ ਨੇ, ਭਰਾ ਨੇ, ਬਹਿਨੋਈ ਨੇ। ਉਹਨਾਂ ਨੇ ਤੁਹਾਡੀ ਮਦਦ ਕਰਨੀ, ਤੇ ਉਹਨਾਂ ਨਾਲ ਜੇ ਸਲੂਕ ਨਾ ਰੱਖਿਆ, ਮੁਕਾਬਲਾਬਾਜ਼ੀ ਸ਼ੁਰੂ ਕਰਤੀ ਤੇ ਮਸਲਾ ਬਣੇਗਾ। ਉਹਨੂੰ ਹਮੇਸ਼ਾ ਆਪਣੇ ਨਾਲ ਰੱਖਣਾ। ਹਰ ਇੱਕ ਦਿਨ ਤੁਸੀਂ ਇੱਕ ਨਵਾਂ ਕਾਨੂੰਨ ਸਿੱਖਣਾ, ਇੱਕ ਨਵੀਂ ਚੀਜ਼ ਸਿੱਖਣੀ ਹੈ, ਔਰ ਉਹਨੇ ਹੀ ਤੁਹਾਨੂੰ ਸਿਖਾਣੀ ਹੈ, ਉਹਨੇ ਹੀ ਤੁਹਾਨੂੰ ਐਕਸਪਲੇਨ ਕਰਨੀ ਹੈ। ਇਹ ਸਟੋਰੀ ਇੱਥੋਂ ਇਹ ਮਿਲਦਾ ਹੀ, ਇੱਥੋਂ ਫਲਾਣੀ ਚੀਜ਼ ਹੀ, ਇਹ ਨਹੀਂ ਖਾਣਾ, ਇਹ ਕਰਨਾ ਹੈ, ਕਿਉਂਕਿ ਬਹੁਤ ਸਾਰੇ ਮਾਮਲਾ ਤੇ ਨਾ, ਤੇ ਹਰ ਚੀਜ਼ ਅਸੀਂ ਨਹੀਂ ਖਾ ਸਕਦੇ, ਹੋਰ ਬੜੀਆਂ ਚੀਜ਼ਾਂ ਹੁੰਦੀਆਂ ਨੇ। ਇਹ ਉਸ ਭੈਣ ਭਰਾ ਦੀ ਮਦਦ ਦੇ ਨਾਲ ਤੁਸੀਂ ਅੱਗੇ ਵਧਣਾ ਜੇ, ਨਹੀਂ ਤਾਂ ਤੁਸੀਂ ਬਿਲਕੁਲ ਇੱਥੇ ਨਾਕਾਮ ਹੋ ਜਾਣਾ। ਲੋਕਾਂ ਨੂੰ ਤੁਸੀਂ ਦੇਖਣਾ ਕਿਸੇ ਨੇ ਮਦਦ ਨਹੀਂ ਕਰਨੀ, ਤਮਾਸ਼ਾ ਜ਼ਿਆਦਾ ਹੁੰਦਾ। ਜ਼ਾਹਰ ਕਿਸੇ ਕੋਲ ਟਾਈਮ ਹੀ ਨਹੀਂਗਾ ਕਿ ਤੁਹਾਡੀ ਮਦਦ ਕਰੇ। ਆਪਣਾ ਕੋਈ ਹੋਏਗਾ ਨਾ ਤਾਂ ਖੂਨ ਦੀ ਵਜ੍ਹਾ ਨਾਲ ਕਰ ਲੈਂਦਾ, ਯਾਰ ਮੇਰਾ ਖੂਨ ਹੈ, ਮੈਂ ਨਾਲ ਚੱਲਣਾ। ਇਸ ਵਾਸਤੇ ਉਹਨਾਂ ਨੂੰ ਤੁਸੀਂ ਹਮੇਸ਼ਾ ਅੱਗੇ ਰੱਖਣਾ, ਉਹਨਾਂ ਦੀ ਰਿਸਪੈਕਟ ਕਰਨੀ ਹੈ। ਯਕੀਨ ਕਰੋ ਕਿ ਉਹ ਤੁਹਾਡੇ ਇੱਕ ਇੱਕ ਕਦਮ ਤੇ ਤੁਹਾਡੀ ਮਦਦ ਕਰਨਗੇ। ਤੇ ਇਹ ਬੜੀਆਂ ਇੰਪੋਰਟੈਂਟ ਗੱਲਾਂ ਜੇ, ਤੁਸੀਂ ਇਹਨੂੰ ਸੱਟ ਨਾ ਦੇਣਾ। ਅਗਰ ਤੁਸੀਂ ਇਹਨਾਂ ਨੂੰ ਸੱਟ ਦਿੱਤਾ ਤੇ ਤੁਹਾਡੇ ਵਾਸਤੇ ਮਸਲਾ ਬਣੇਗਾ। ਫੈਮਲੀਆਂ ਦੀਆਂ ਪ੍ਰੋਬਲਮਾਂ ਹੀ ਇੱਥੋਂ ਸ਼ੁਰੂ ਹੁੰਦੀਆਂ ਨੇ। ਔਰ ਦੁਨਿਆਵੀ ਲਿਹਾਜ਼ ਨਾਲ, ਮਜ਼ਹਬ ਦੇ ਲਿਹਾਜ਼ ਨਾਲ ਤੇ ਹੈ ਹੀ ਹੈ, ਦੁਨਿਆਵੀ ਲਿਹਾਜ਼ ਦੇ ਨਾਲ ਵੀ ਪ੍ਰੋਬਲਮਾਂ ਨੇ ਕਿ ਜਦੋਂ ਤੁਸੀਂ ਉਹਨੂੰ ਇਗਨੋਰ ਕਰੋਗੇ, ਉਹ ਤੁਹਾਨੂੰ ਇਗਨੋਰ ਕਰੇਗਾ, ਤੁਹਾਨੂੰ ਤੁਹਾਡੇ ਹਾਲ ਤੇ ਛੱਡ ਦੇਗਾ। ਸਾਡੇ ਕੋਲ ਪੁੱਛੋ, ਨਾ ਕੋਈ ਏਅਰਪੋਰਟ ਤੇ ਲੈਣ ਆਇਆ, ਨਾ ਖਾਣੇ ਪੀਣੇ ਦਾ ਇੰਤਜ਼ਾਮ, ਨਾ ਰਹਿਸ਼ ਦਾ ਇੰਤਜ਼ਾਮ। ਉਹਨੇ ਤਾਂ ਤੁਹਾਨੂੰ ਸਾਰਾ ਕੁਝ ਦੇਣਾ ਹੈ। ਤੁਹਾਡੇ ਤੋਂ ਜ਼ਿਆਦਾ ਲੱਕੀ ਕੋਈ ਨਹੀਂ ਹੋਣਾ। ਤੁਹਾਨੂੰ ਇੱਥੇ ਆ ਕੇ ਪਤਾ ਲੱਗੇਗਾ ਕਿ ਯਾਰ ਅਸੀਂ ਕਿੰਨੇ ਖੁਸ਼ਕਿਸਮਤ ਸਾਂ, ਸਾਡੇ ਭਰਾ ਨੇ, ਸਾਡੀ ਭੈਣ ਨੇ ਕਿਸ ਤਰ੍ਹਾਂ ਸਾਡੇ ਨਾਲ ਕੀਤਾ। ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਕੋਈ ਕਮੈਂਟ ਕਰ ਦੇਣਾ। ਥੈਂਕ ਯੂ ਸੋ ਮਚ।